ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਬਾਬਾ ਬੁੱਢਾ ਜੀ ਮਹਾਰਾਜ। ਦੁੱਖ ਹੋਵੇ ਜਾਂ ਸੁੱਖ ਹੋਵੇ, ਸੰਤਾਂ ਦੀ ਸੰਗਤ ਕਰਨੀ ਨਾ ਛੱਡੀਏ, ਕਿਉਂਕਿ ਸੰਤਾਂ ਦੇ ਦਰਸ਼ਨ ਕਰਨ ਨਾਲ ਬੰਦਾ ਪੁਨੀਤ ਭਾਵ ਪੁੰਨਾਂ ਵਾਲਾ ਹੋ ਜਾਂਦਾ ਹੈ, ਅਥਵਾ ਪੁਨੀਤ ਕਹੀਏ ਪੁਣਿਆ ਜਾਂਦਾ ਹੈ। ਜਿਵੇਂ ਮੱਖਣ ਵੱਖਰਾ ਹੋ ਜਾਂਦਾ ਹੈ ਤੇ ਲੱਸੀ ਵੱਖਰੀ ਹੋ ਜਾਂਦੀ ਹੈ, ਤਿਵੇਂ ਹੀ ਪਾਪ ਵੱਖਰੇ ਹੋ ਜਾਂਦੇ ਹਨ, ਪੁੰਨ ਵੱਖਰੇ ਬੰਦੇ ਦੇ ਸੱਜਣ ਬਣ ਜਾਂਦੇ ਹਨ। ਜਦੋਂ ਸੰਤਾਂ ਨਾਲ ਭੇਟਤ ਕਹੀਏ ਪਰਸਪਰ ਬਚਨ ਵਿਲਾਸ ਹੋ ਜਾਣ ਤਾਂ ਬੰਦੇ ਨੂੰ ਨਾਮ ਜਪਣ ਦਾ ਚਾਅ ਪੈਦਾ ਹੋ ਜਾਂਦਾ ਹੈ ਤੇ ਨਾਮ ਜਪ ਲਵੇ ਉਸ ਨੂੰ ਲੋਕ ਪ੍ਰਲੋਕ ਦੇ ਸਾਰੇ ਹੀ ਪਦਾਰਥ ਪ੍ਰਾਪਤ ਹੋ ਜਾਂਦੇ ਹਨ। ਮਾਤਾ ਗੰਗਾ ਜੀ ਨੂੰ ਪੰਜਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦੇ ਪਾਸ ਭੇਜਿਆ ਸੀ। ਇੱਕ ਦਿਨ ਮਾਤਾ ਗੰਗਾ ਜੀ ਨੇ ਕੋਠੇ ਪਰ ਕੱਪੜੇ ਧੁੱਪ ਲਵਾਉਣ ਵਾਸਤੇ ਟਹਿਲਣਾ ਰਾਹੀਂ ਪਵਾਏ। ਨਾਲ ਦੇ ਕੋਠੇ ਪਰ ਪ੍ਰਿਥਵੀ ਚੰਦ ਦੀ ਘਰਵਾਲੀ ਨੇ ਦੇਖੇ ਤੇ ਬਹੁਤ ਦੁਖੀ ਹੋਏ ਤੇ ਪ੍ਰਿਥਵੀ ਚੰਦ ਨੂੰ ਮਿਹਣਾ ਮਾਰਿਆ ਤੇ ਕਿਹਾ, ਤੂੰ ਵੱਡਾ ਸੈਂ, ਗੱਦੀ ਦਾ ਹੱਕਦਾਰ ਤੂੰ ਸੀ। ਜੇ ਤੂੰ ਗੱਦੀ ਤੇ ਬੈਠਦਾ ਤਾਂ ਆ ਖੀਨ ਖਾਫ ਦੇ ਕੱਪੜੇ ਸਾਡੇ ਕੋਲ ਹੁੰਦੇ। ਅੱਗੋਂ ਪ੍ਰਿਥਵੀ ਚੰਦ ਨੇ ਕਿਹਾ, ਹੁਣ ਵੀ ਇਹ ਸਾਡੇ ਹੀ ਹਨ। ਪ੍ਰਿਥਵੀ ਚੰਦ ਦੇ ਘਰ ਵਾਲੀ ਕਰਮੋ ਨੇ ਕਿਹਾ, ਸਾਡੇ ਕਿਸ ਤਰ੍ਹਾਂ ਹਨ? ਹੁਣ ਪ੍ਰਿਥਵੀ ਚੰਦ ਨੇ ਕਿਹਾ, ਇਹਨਾਂ ਦੇ ਪੁੱਤਰ ਤਾਂ ਹੈ ਨਹੀਂ ਅਤੇ ਨਾ ਹੀ ਹੋਣਾ ਹੈ, ਤੇ ਜਿਨ੍ਹਾਂ ਦੇ ਪੁੱਤਰ ਨਹੀਂ ਹੁੰਦਾ ਉਹਨਾਂ ਦਾ ਜੋ ਕੁਝ ਵੀ ਹੁੰਦਾ ਹੈ ਉਹ ਸ਼ਰੀਕੇ ਵਾਲੇ ਸੰਭਾਲ ਲੈਂਦੇ ਹਨ। ਇਸ ਕਾਰਨ ਹੁਣ ਵੀ ਸਾਡਾ ਹੀ ਹੈ। ਪ੍ਰਿਥਵੀ ਚੰਦ ਨੇ ਕਿਹਾ, ਕਰਮੋ, ਜੋ ਕੁਝ ਤੂੰ ਦੇਖ ਰਹੀ ਹੈ ਇਹ ਸਾਰਾ ਕੁਝ ਸਾਡਾ ਹੀ ਹੈ। ਮਾਤਾ ਗੰਗਾ ਜੀ ਦੇ ਪਾਸ ਇਹ ਗੱਲ ਪਹੁੰਚੀ ਤੇ ਉਹਨਾਂ ਦੇ ਮਨ ਨੂੰ ਬਹੁਤ ਦੁੱਖ ਹੋਇਆ ਤੇ ਮਾਤਾ ਜੀ ਰੋਣ ਲੱਗ ਪਏ। ਇਤਨੇ ਚਿਰ ਨੂੰ ਪੰਜਵੇਂ ਪਾਤਸ਼ਾਹ ਘਰ ਆਏ। ਰੋਂਦਿਆਂ ਤੱਕ ਕੇ ਕਿਹਾ, ਗੰਗਾ ਜੀ ਰੋਂਦੇ ਕਿਉਂ ਹੋ? ਹੁਣ ਗੰਗਾ ਜੀ ਨੇ ਸਾਰਾ ਬਿਰਤਾਂਤ ਦੱਸਿਆ। ਪੰਜਵੇਂ ਪਾਤਸ਼ਾਹ ਨੇ ਕਿਹਾ, ਗੰਗਾ ਜੀ, ਜੇ ਪੁੱਤਰ ਨਹੀਂ ਤਾਂ ਕੀ ਹੋਇਆ? ਸਾਡੇ ਘਰ ਨਾਮ ਦਾ ਦੀਵਾ ਜੋ ਜਗਦਾ ਹੈ। ਅੱਗੋਂ ਮਾਤਾ ਜੀ ਨੇ ਕਿਹਾ, ਪਾਤਸ਼ਾਹ, ਮੈਂ ਆਪਣੇ ਮਨ ਨੂੰ ਬਹੁਤ ਸਮਝਾਇਆ ਹੈ, ਪਰ ਸ਼ਰੀਕਾਂ ਦੀ ਬੋਲੀ ਤੇ ਉਸ ਦਾ ਕਹਿਣਾ ਕਿ ਇਹਨਾਂ ਦੇ ਘਰ ਪੁੱਤਰ ਹੋਣਾ ਹੀ ਨਹੀਂ ਹੈ, ਇਸ ਗੱਲ ਦਾ ਬਹੁਤ ਦੁੱਖ ਹੋਇਆ ਹੈ ਕਿ ਮੈਂ ਸ਼ਰਾਪੀ ਹਾਂ, ਮੇਰੇ ਘਰ ਪੁੱਤਰ ਹੋਣਾ ਹੀ ਨਹੀਂ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਸਮਝਾਇਆ ਕਿ ਪ੍ਰਿਥਵੀ ਚੰਦ ਵੱਡਾ ਭਾਈ ਹੈ। ਜੇ ਉਸਦੇ ਮੂੰਹੋਂ ਬਚਨ ਨਿਕਲ ਗਿਆ ਹੈ ਤਾਂ ਮੈਂ ਉਸਦੇ ਬਚਨ ਨੂੰ ਮੋੜ ਨਹੀਂ ਦੇਣਾ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਗੁਰੂ ਰਾਮਦਾਸ ਜੀ ਦੇ ਬੇਅਦਬੀ ਹੋਵੇਗੀ ਤੇ ਦੁਨੀਆ ਕਹੇਗੀ ਕਿ ਗੁਰੂ ਕਿਆਂ ਵਿੱਚ ਤਾਕਤ ਨਹੀਂ ਰਹੀ, ਕਿ ਉਹਨਾਂ ਦੇ ਵਚਨ ਪੂਰੇ ਨਹੀਂ ਹੋ ਸਕੇ। ਇਹ ਸਮਝਾ ਕੇ ਆਪਣੇ ਆਸਣ ਤੇ ਚਲੇ ਗਏ। ਦੂਸਰੇ ਦਿਨ ਸਤਿਗੁਰ ਜਦੋਂ ਘਰ ਆਏ ਤੇ ਮਾਤਾ ਗੰਗਾ ਜੀ ਫਿਰ ਰੋ ਰਹੇ ਸਨ। ਹਜੂਰ ਨੇ ਕਿਹਾ, ਇਹ ਦੁਨਿਆਵੀ ਇੱਛਾ ਛੱਡ ਦਿਓ, ਰੱਬ ਦੀ ਰਜ਼ਾ ਵਿੱਚ ਆਓ। ਅੱਗੋਂ ਗੰਗਾ ਜੀ ਨੇ ਬੇਨਤੀ ਕੀਤੀ, ਪਾਤਸ਼ਾਹ, ਉਂਝ ਪੁੱਤ ਨਾ ਹੁੰਦਾ ਤਾਂ ਭਾਣਾ ਮੰਨ ਲੈਂਦੀ, ਪਰ ਜੇ ਪ੍ਰਿਥਵੀ ਚੰਦ ਨੇ ਕਿਹਾ ਹੈ ਕਿ ਇਹਨਾਂ ਦੇ ਘਰ ਪੁੱਤਰ ਹੋਣਾ ਹੀ ਨਹੀਂ ਹੈ, ਇਹ ਗੱਲ ਦਾ ਰੋਣਾ ਆਉਂਦਾ ਹੈ। ਗਰੀਬ ਨਵਾਜ ਜਿਨ੍ਹਾਂ ਦੇ ਕਰਮਾਂ ਵਿੱਚ ਨਹੀਂ ਹੁੰਦੇ ਉਹ ਤੇਰੇ ਦਰ ਤੇ ਝੋਲੀਆਂ ਭਰ ਕੇ ਲੈ ਕੇ ਜਾਂਦੇ ਹਨ। ਮੈਂ ਗਰੀਬਣੀ ਤੇ ਮਿਹਰ ਕਰੋ, ਜਿਵੇਂ ਵੀ ਹੋ ਸਕਦਾ ਹੈ ਇੱਕ ਪੁੱਤਰ ਦੀ ਖੈਰ ਮੇਰੀ ਝੋਲੀ ਵਿੱਚ ਪਾ ਦਿਓ। ਹੁਣ ਸਤਿਗੁਰ ਕਹਿਣ ਲੱਗੇ, ਗੰਗਾ ਜੀ, ਉਹ ਸੰਤ ਦੇ ਪੈਰੀਂ ਪੈ ਜਾਓ ਜਿਸ ਦੇ ਹਿਰਦੇ ਤੇ ਗੁਰੂ ਨਾਨਕ ਬੈਠਾ ਹੋਵੇ, ਕਿਉਂਕਿ ਪ੍ਰਿਥਵੀ ਚੰਦ ਨੇ ਜੋ ਸ਼ਰਾਫ ਦਿੱਤਾ ਹੈ ਉਸਨੇ ਗੁਰੂ ਨਾਨਕ ਨੂੰ ਹਿਰਦੇ ਵਿੱਚ ਬਿਠਾ ਕੇ ਨਹੀਂ ਦਿੱਤਾ। ਉਸਨੇ ਸ਼ਰਾਫ ਮਾਇਆ ਦੇ ਲਾਲਚ ਵਿੱਚ ਅਤੇ ਹੰਕਾਰ ਨਾਲ ਦਿੱਤਾ ਹੈ। ਇਹ ਸ਼ਰਾਫ ਉਹ ਮਹਾਪੁਰਸ਼ ਟਾਲ ਸਕਦਾ ਹੈ ਜਿਸ ਦੇ ਹਿਰਦੇ ਵਿੱਚ ਗੁਰੂ ਨਾਨਕ ਵਸਦਾ ਹੋਵੇ। ਉਸ ਗੁਰੂ ਨਾਨਕ ਉਸ ਦੇ ਅੰਦਰ ਹੰਕਾਰ ਹਉਮਾ ਤੇ ਨਹੀਂ ਬੈਠਾ ਹੋਵੇਗਾ, ਉਸ ਦੇ ਅੰਦਰ ਪਿਆਰ ਪ੍ਰੇਮ ਭਾਵਨਾ ਨਾਲ ਬੈਠਾ ਹੋਵੇਗਾ।
ਕਿਉਂਕਿ ਗੁਰੂ ਨਾਨਕ ਪਾਤਸ਼ਾਹ ਉਸ ਦੇ ਹਿਰਦੇ ਵਿੱਚ ਹੀ ਰਹਿੰਦੇ ਹਨ ਜਿਸ ਦੇ ਹਿਰਦੇ ਵਿੱਚ ਹੰਕਾਰ ਨਹੀਂ ਹੁੰਦਾ। ਗੁਰੂ ਮਾਤਾ ਗੰਗਾ ਜੀ ਕਹਿਣ ਲੱਗੇ, ਬੇਨਤੀ ਕੀਤੀ ਪਾਤਸ਼ਾਹ, ਜਿੱਥੇ ਆਪ ਜੀ ਨੇ ਸੰਤ ਮਹਾਂਪੁਰਸ਼ਾਂ ਬਾਰੇ ਦੱਸਿਆ ਹੈ ਉੱਥੇ ਮਹਾਂਪੁਰਸ਼ਾਂ ਦਾ ਨਾਮ ਵੀ ਕਿਰਪਾ ਕਰੋ ਦੱਸੋ। ਹੁਣ ਪੰਜਵੇਂ ਪਾਤਸ਼ਾਹ ਨੇ ਕਿਹਾ, ਗੰਗਾ ਜੀ ਬਾਬਾ ਬੁੱਢਾ ਜੀ ਦੀ ਸੇਵਾ ਕਰੋ। ਅੱਗੋਂ ਸਤ ਵਚਨ ਕੀਤੀ, ਕਿਉਂਕਿ ਬਾਬਾ ਬੁੱਢਾ ਜੀ ਨੇ ਬਹੁਤ ਪੀੜ੍ਹੀਆਂ ਗੁਰਸਿੱਖੀ ਦੀ ਸੇਵਾ ਕੀਤੀ ਹੈ, ਇਸ ਕਰਕੇ ਉਹਨਾਂ ਨੂੰ ਬਹੁਤ ਮਾਣ ਹੈ। ਅਗਲੇ ਦਿਨ ਤਿਆਰੀ ਕੀਤੀ, ਦਾਸ ਦਾਸੀਆਂ ਨਾਲ ਲੀਤੀਆਂ, ਰੱਥ ਵਿੱਚ ਬੈਠ ਕੇ ਸੱਜ ਧੱਜ ਕੇ ਸਾਰੇ ਜਣੇ ਬਾਬਾ ਜੀ ਪਾਸ ਚੱਲੇ। ਬੀੜ ਦੇ ਨੇੜੇ ਪਹੁੰਚ ਗਏ। ਬਾਬਾ ਜੀ ਨੇ ਰੱਥ ਦੀ ਧੂੜ ਉੜਦਿਆਂ ਦੇਖੀ, ਬਾਲਦਾਂ ਦੇ ਗਲ ਦੀਆਂ ਟੱਲੀਆਂ ਖੜਕਦੀਆਂ ਸੁਣੀਆਂ। ਬਾਬਾ ਜੀ ਕਹਿਣ ਲੱਗੇ ਸੇਵਾਦਾਰਾਂ ਨੂੰ, ਜਾਓ ਦੇਖੋ ਕੌਣ ਆਉਂਦਾ ਹੈ। ਅੱਗੋਂ ਸੇਵਾਦਾਰਾਂ ਨੇ ਸਤ ਵਚਨ ਕਰਕੇ ਨੇੜੇ ਆ ਕੇ ਦੇਖਿਆ ਤੇ ਕਿਹਾ, ਬਾਬਾ ਜੀ ਗੁਰੂ ਕੇ ਮਹਿਲ ਆ ਰਹੇ ਹਨ। ਬਾਬਾ ਜੀ ਦੇ ਮੂੰਹੋਂ ਵਚਨ ਨਿਕਲਿਆ, ਗੁਰੂ ਕਿਆਂ ਨੂੰ ਕਿੱਧਰ ਦੀਆਂ ਭਾਜੜਾਂ ਪੈ ਗਈਆਂ ਹੈ। ਤੇ ਮਾਤਾ ਜੀ ਨੂੰ ਇਹ ਫੁਰਨਾ ਬਣ ਰਿਹਾ ਹੈ ਕਿ ਬਾਬਾ ਜੀ ਸਤਿਕਾਰ ਕਰਨਗੇ। ਸਾਡੇ ਪਾਸ ਜਦੋਂ ਵੀ ਆਉਂਦੇ ਹਨ ਸਾਨੂੰ ਆ ਕੇ ਮੱਥਾ ਟੇਕਦੇ ਹਨ। ਬਾਬਾ ਜੀ ਨੇ ਕਹਿਣਾ ਹੈ, ਮਾਤਾ ਜੀ ਤੁਸੀਂ ਆਉਣ ਦੀ ਖੇਚਲ ਕਿਉਂ ਕਰਨੀ ਸੀ? ਤੁਸੀਂ ਕੋਈ ਸਿੱਖ ਦੇ ਹੱਥ ਸੁਨੇਹਾ ਦੇ ਦਿੰਦੇ, ਇਹ ਕਿਹੜੀ ਵੱਡੀ ਗੱਲ ਹੈ। ਇਸ ਤਰ੍ਹਾਂ ਮਾਤਾ ਜੀ ਸੋਚਦੇ ਜਦੋਂ ਬਾਬਾ ਜੀ ਦੇ ਪਾਸ ਆਏ, ਰੱਥ ਖੜਾ ਕਰਕੇ 36 ਪ੍ਰਕਾਰ ਦਾ ਭੋਜਨ ਬਾਬਾ ਜੀ ਦੇ ਅੱਗੇ ਰੱਖਿਆ ਤਾਂ ਬਾਬਾ ਜੀ ਨੇ ਕਿਹਾ, ਅੱਜ ਤਾਂ ਮੈਨੂੰ ਭੁੱਖ ਹੀ ਨਹੀਂ ਲੱਗੀ। ਹੁਣ ਮਾਤਾ ਜੀ ਨੇ ਕਿਹਾ, ਬਾਬਾ ਜੀ ਇੱਕ ਅੱਧਾ ਪ੍ਰਸ਼ਾਦਾ ਹੀ ਛਕ ਲਵੋ। ਅੱਗੋਂ ਬਾਬਾ ਜੀ ਨੇ ਕਿਹਾ, ਮਾਤਾ ਜੀ ਖਾਣ ਨੂੰ ਜੀ ਹੀ ਨਹੀਂ ਕਰਦਾ। ਮਾਤਾ ਜੀ ਬਹੁਤ ਨਿਰਾਸ਼ ਹੋਏ। ਬਾਬਾ ਬੁੱਢਾ ਜੀ ਉੱਠ ਕੇ ਹੋਰ ਪਾਸੇ ਚਲੇ ਗਏ। ਹੁਣ ਸਿੱਖਾਂ ਨੇ ਮਾਤਾ ਜੀ ਨੂੰ ਕਿਹਾ ਕਿ ਬਾਬਾ ਜੀ ਦੇ ਮੂੰਹੋਂ ਇਹ ਵਚਨ ਨਿਕਲਿਆ ਹੈ ਕਿ ਗੁਰਾਂ ਨੂੰ ਕਿਹੜੀਆਂ ਭਾਜੜਾਂ ਪੈ ਗਈਆਂ ਹਨ। ਇਹ ਵਚਨ ਮਾਤਾ ਜੀ ਸੁਣ ਕੇ ਬਹੁਤ ਹੀ ਦੁਖੀ ਹੋਏ। ਹੁਣ ਮਾਤਾ ਜੀ ਵਾਪਸ ਆਏ, ਮੂੰਹ ਮੁਰਝਾਏ ਹੋਏ। ਦਾਸ ਦਾਸੀਆਂ ਵੀ ਜੋ ਨਾਲ ਗਏ ਸਨ ਉਹ ਵੀ ਸਾਰੇ ਉਦਾਸ। ਹੁਣ ਸਤਿਗੁਰ ਨੇ ਪੁੱਛਿਆ, ਗੰਗਾ ਜੀ ਕੀ ਕਾਰਨ ਹੈ? ਅੱਗੋਂ ਸਾਰਾ ਬਿਰਤਾਂਤ ਦੱਸਿਆ। ਨਾਲ ਰੋਕ ਕੇ ਕਹਿਣ ਲੱਗੇ, ਪਾਤਸ਼ਾਹ ਵਰ ਲੈਣ ਗਈ ਸੀ, ਸ਼ਰਾਫ ਲੈ ਕੇ ਆਈ ਹਾਂ। ਹੁਣ ਸਤਿਗੁਰ ਨੇ ਕਿਹਾ, ਗੰਗਾ ਜੀ ਤੁਹਾਨੂੰ ਸੰਤਾਂ ਨੂੰ ਪ੍ਰਸੰਨ ਕਰਨਾ ਨਹੀਂ ਆਇਆ? ਜਿੱਥੋਂ ਕੁਝ ਲੈਣਾ ਹੁੰਦਾ ਹੈ ਨਾ ਉੱਥੇ ਨਿਮਰਤਾ ਨਾਲ ਜਾਈਦਾ ਹੈ। ਉੱਥੇ ਬਣ ਠਣ ਕੇ ਰੱਥਾਂ ਤੇ ਚੜ੍ਹ ਕੇ ਨਹੀਂ ਜਾਈਦਾ। ਨਾਲ ਨੌਕਰ ਚਾਕਰ ਨਹੀਂ ਲੈ ਕੇ ਜਾਈਦੇ। ਸੰਤਾਂ ਕੋਲ ਜਾਣਾ ਹੋਵੇ ਤਾਂ ਆਪਣੇ ਹੱਥੀਂ ਸਾਰੀ ਸੇਵਾ ਕਰੀਦੀ ਹੈ। ਪਾਣੀ ਪੀਣਾ ਹੋਵੇ ਤਾਂ ਆਪ ਪਾਣੀ ਪਿਲਾਈਦਾ ਹੈ। ਜੋ ਪ੍ਰਸ਼ਾਦਾ ਛਕਾਉਣਾ ਹੁੰਦਾ ਹੈ ਤਾਂ ਆਪ ਚੱਕੀ ਪੀਸ, ਆਪ ਪਕਾ, ਆਪ ਛਕਾ। ਭਾਵਨਾ ਨਾਲ ਆਪ ਸੇਵਾ ਕਰ। ਇਹ ਸਮਝ ਕੇ ਕਿ ਸਿੱਖ ਦੀ ਸੇਵਾ ਨਹੀਂ ਕਰ ਰਹੀ, ਗੁਰੂ ਕੀ ਸੇਵਾ ਕਰ ਰਹੀ ਹਾਂ, ਭਾਵਨਾ ਨੂੰ ਹੀ ਭਾਗ ਲੱਗਦੇ ਹਨ। ਹੁਣ ਮਾਤਾ ਜੀ ਨੇ ਕਿਹਾ, ਪਾਤਸ਼ਾਹ ਆਪ ਕਿਰਪਾ ਕਰੋ, ਰਾਹ ਦੱਸੋ ਕਿਸ ਤਰ੍ਹਾਂ ਸਿੱਖ ਸੰਤਾਂ ਨੂੰ ਰਿਝਾਈਦਾ ਹੈ। ਹਜੂਰ ਕਹਿਣ ਲੱਗੇ, ਗੰਗਾ ਜੀ ਆਪਣੇ ਹੱਥੀਂ ਚੱਕੀ ਪੀਸੋ, ਆਪ ਇਕੱਲੇ ਜਾਓ ਔਰ ਨੰਗੇ ਪੈਰੀ ਜਾਓ। ਤੁਹਾਨੂੰ ਪਤਾ ਹੈ ਜਦੋਂ ਪਿਪਲੀ ਸਾਹਿਬ ਅਸੀਂ ਗਏ ਸੀ, ਉੱਥੋਂ ਅਸੀਂ ਆਪ ਕੜਾਹ ਪ੍ਰਸ਼ਾਦ ਚੁੱਕ ਕੇ ਨੰਗੇ ਪੈਰੀ ਗਏ ਸੀ। ਗੁਰਸਿੱਖਾਂ ਅੰਦਰ ਗੁਰ ਸਤਿਗੁਰ ਵਰਤੈ, ਸੰਤ ਰਾਮ ਮਹਿ ਭੇਦ ਕਿਛ ਨਾਹੀ। ਗੰਗਾ ਜੀ ਕੱਲ ਨੂੰ ਫਿਰ ਜਾਓ ਔਰ ਬਹੁਤ ਖਾਣੇ ਦਾਣੇ ਦੀ ਲੋੜ ਨਹੀਂ ਤੇ ਨਾ ਹੀ ਤੁਸੀਂ ਇਕੱਠੇ ਬਹੁਤ ਪਦਾਰਥ ਬਣਾ ਸਕਦੇ ਹੋ। ਆਪਣੇ ਹੱਥੀਂ ਚੱਕੀ ਪੀਸੋ, ਮਿੱਸੇ ਪ੍ਰਸਾਦੇ ਬਣਾ ਲਵੋ ਤੇ ਨਾਲ ਲੱਸੀ ਲੈ ਜਾਓ। ਜੇ ਬਹੁਤਾ ਕਰੋ ਤਾਂ ਨਾਲ 5-7 ਗੰਢੇ ਲੈ ਆਓ। ਬਾਬਾ ਜੀ ਆਪ ਜ਼ਿਮੀਂਦਾਰ ਹਨ, ਬਹੁਤੇ ਪਦਾਰਥ ਨਹੀਂ ਚਾਹੁੰਦੇ। ਭਾਵਨਾ ਤੇ ਪਿਆਰ ਨਾਲ ਨੰਗੇ ਪੈਰੀ ਜਾਓਗੇ ਤਾਂ ਮੇਰਾ ਮਨ ਕਹਿੰਦਾ ਹੈ ਕਿ ਬਾਬਾ ਜੀ ਪ੍ਰਸੰਨ ਹੋਣਗੇ।
ਹੁਣ ਮਾਤਾ ਜੀ ਨੇ ਸਤ ਵਚਨ ਕੀਤਾ। ਹਜੂਰ ਦੇ ਕਹੇ ਅਨੁਸਾਰ ਦੂਜੇ ਦਿਨ ਮਾਤਾ ਗੰਗਾ ਜੀ ਇਕੱਲੇ ਹੀ ਪ੍ਰਸ਼ਾਦਾ ਲੈ ਕੇ ਚਲੇ ਗਏ। ਅਜੇ ਰਸਤੇ ਵਿੱਚ ਜਾ ਰਹੇ ਹਨ। ਉਧਰ ਬਾਬਾ ਬੁੱਢਾ ਜੀ ਨੂੰ ਭੁੱਖ ਲੱਗ ਰਹੀ ਹੈ। ਸੇਵਾਦਾਰ ਨੂੰ ਕਹਿਣ ਲੱਗੇ, ਅੱਜ ਬੜੀ ਭੁੱਖ ਲੱਗੀ ਹੈ। ਸੇਵਾਦਾਰ ਨੇ ਕਿਹਾ, ਬਾਬਾ ਜੀ ਮੈਂ ਪ੍ਰਸ਼ਾਦਾ ਲੈ ਕੇ ਆਵਾਂ। ਕਹਿਣ ਲੱਗੇ, ਆਪੇ ਆ ਜਾਵੇਗਾ। ਇਤਨੇ ਚਿਰ ਨੂੰ ਮਾਤਾ ਜੀ ਵੀ ਪਹੁੰਚ ਗਏ। ਬਾਬਾ ਜੀ ਨੇ ਦੂਰੋਂ ਹੀ ਦੇਖਿਆ ਤੇ ਅੱਗੋਂ ਹੀ ਆ ਮਿਲੇ ਤੋ ਸਿਰ ਤੇ ਲੱਸੀ ਤੇ ਪ੍ਰਸ਼ਾਦੇ ਲਾਹੇ ਤੇ ਆਪਣੇ ਅੱਗੇ ਰੱਖ ਕੇ ਖਾਣ ਲੱਗ ਪਏ। ਮਾਤਾ ਜੀ ਸੋਚਦੇ ਹਨ, ਅੱਜ ਤਾਂ ਬੇਨਤੀ ਕਰਨ ਦੀ ਲੋੜ ਹੀ ਨਹੀਂ ਪਈ, ਆਪੇ ਹੀ ਕਿਰਪਾ ਕਰ ਦਿੱਤੀ। ਹੁਣ ਮਾਤਾ ਜੀ ਨੇ ਝੋਲੀ ਵਿੱਚ ਗੰਢੇ ਕੱਢ ਕੇ ਅੱਗੇ ਰੱਖੇ। ਬਾਬਾ ਜੀ ਕਹਿਣ ਲੱਗੇ, ਅੱਜ ਭੁੱਖ ਬਹੁਤ ਲੱਗ ਰਹੀ ਸੀ। ਜੇ ਮਾਤਾ ਨਾ ਭੁੱਖ ਦੂਰ ਕਰੇ ਤਾਂ ਹੋਰ ਕੌਣ ਕਰੇਗਾ। ਇਉਂ ਵਚਨ ਕਰਦੇ ਹਨ, ਨਾਲੇ ਪ੍ਰਸ਼ਾਦੇ ਛਕ ਰਹੇ ਹਨ। ਹੁਣ ਗੰਢਿਆਂ ਵਿੱਚੋਂ ਵੱਡਾ ਗੰਢਾ ਚੁੱਕ ਕੇ ਆਪਣੇ ਗੋਡੇ ਦੇ ਉੱਪਰ ਰੱਖਿਆ ਤੇ ਉੱਤੋਂ ਸੱਜੇ ਹੱਥ ਦੀ ਮੁੱਠੀ ਮਾਰੀ ਤੇ ਗੰਢਾ ਭੰਨਿਆ। ਵਚਨ ਕੀਤਾ, ਮਾਤਾ ਜੀ ਐਸਾ ਲਾਲ ਗੋਦੀ ਵਿੱਚ ਆਏਗਾ ਤੇ ਖੇਡੇਗਾ ਜੋ ਮੁਗਲਾਂ ਦੇ ਸਿਰ ਇੰਜ ਭੰਨੇਗਾ। ਮਾਤਾ ਜੀ ਦਿਲ ਵਿੱਚ ਕਹਿ ਰਹੇ ਹਨ ਕਿ ਪਾਤਸ਼ਾਹ ਐਸੀ ਜੁਗਤ ਦੱਸੀ ਹੈ ਕਿ ਬੇਨਤੀ ਕਰਨ ਦੀ ਮੁਹਲਤ ਹੀ ਨਹੀਂ ਦਿੱਤੀ, ਆਪੇ ਹੀ ਵਰਦਾਨ ਦੇ ਰਹੇ ਹਨ। ਮਾਤਾ ਜੀ ਹੈਰਾਨ ਹੋ ਕੇ, ਮੈਂ ਤਾਂ ਬੇਨਤੀ ਹੀ ਨਹੀਂ ਕੀਤੀ, ਬੇਨਤੀ ਕਰਨ ਵਾਸਤੇ ਆਈ ਸਾਂ, ਬਿਨਾਂ ਬੋਲੇ ਤੋਂ ਹੀ ਆਪੇ ਹੀ ਵਰ ਦੇ ਹੀ ਜਾ ਰਹੇ ਹਨ। ਮਾਤਾ ਜੀ ਐਸੇ ਬਲੀ ਆਵੇਗਾ, ਤੁਸੀਂ ਦੇਖੋਗੇ, ਦੁਨੀਆ ਦੇਖੇਗੀ। ਪ੍ਰਸ਼ਾਦ ਛਕਦਿਆਂ ਕਿਤਨੇ ਹੀ ਵਰ ਦੇ ਦਿੱਤੇ। ਹੁਣ ਮਾਤਾ ਜੀ ਜਦੋਂ ਵਾਪਸ ਅੰਮ੍ਰਿਤਸਰ ਪਹੁੰਚੇ, ਬੇਸ਼ੱਕ ਦੂਰੋਂ ਤੁਰ ਕੇ ਆਉਣ ਜਾਣ ਵਿੱਚ ਚਿਹਰੇ ਤੇ ਗਰਦਾ ਪਿਆ ਹੋਇਆ ਸੀ, ਪਰ ਚਿਹਰਾ ਪ੍ਰਸੰਨ ਤੇ ਖੁਸ਼ ਸੀ। ਜਦੋਂ ਸਤਿਗੁਰੂ ਨੂੰ ਮੱਥਾ ਟੇਕਿਆ ਤਾਂ ਹਜੂਰ ਕਹਿਣ ਲੱਗੇ, ਗੰਗਾ ਜੀ ਮਾਲੂਮ ਹੁੰਦਾ ਹੈ ਕਿ ਮੁਰਾਦ ਪੂਰੀ ਹੋ ਗਈ। ਅੱਗੋਂ ਮਾਤਾ ਜੀ ਨੇ ਕਿਹਾ, ਗਰੀਬ ਨਿਵਾਜ ਤੁਹਾਡੀ ਦੱਸੀ ਜੁਗਤੀ ਬਿਰਥੀ ਥੋੜੀ ਨਾ ਜਾਣੀ ਸੀ। ਤੁਸੀਂ ਜੋ ਕਿਰਪਾ ਕੀਤੀ ਕਿ ਸੰਤਾਂ ਮਹਾਂਪੁਰਸ਼ਾਂ ਨੂੰ ਇੰਜ ਰਜਾਈਦਾ ਹੈ। ਹੁਣ ਬਾਬਾ ਬੁੱਢਾ ਜੀ ਨੇ ਬਚਨ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਜੀ ਸਾਹਿਬ ਜੀ ਦਾ ਅਵਤਾਰ ਹੋਇਆ। ਇਸ ਵਿੱਚ ਪਾਤਸ਼ਾਹ ਨੇ ਬਚਨ ਕੀਤਾ ਕਿ ਪੰਜਵੇਂ ਪਾਤਸ਼ਾਹ ਨੇ ਆਪ ਆਪਣੇ ਮਹਿਲਾਂ ਨੂੰ ਸੰਤਾਂ ਕੋਲ ਭੇਜਿਆ ਤੇ ਪ੍ਰਿਥਵੀ ਚੰਦ ਦਾ ਸ਼ਰਾਫ ਦਿੱਤਾ। ਬਾਬਾ ਬੁੱਢਾ ਜੀ ਪਾਸੋਂ ਟਲਾਇਆ। ਭਾਵ ਸੰਤਾਂ ਦੇ ਦਰਸ਼ਨਾਂ ਨਾਲ ਕਰਮਾਂ ਅਤੇ ਭਾਗ ਚੰਗੇ ਜਾਂਦੇ ਹਨ, ਕਰਮਾਂ ਚੰਗੇ ਬਣ ਜਾਂਦੇ ਹਨ। ਬੰਦਾ ਨਾਮ ਜਪੇ, ਜੋ ਵੀ ਚਾਹੁੰਦਾ ਹੈ ਉਹ ਮਿਲ ਜਾਂਦਾ ਹੈ। ਜੋ ਅੱਜ ਵੀ ਅੰਮ੍ਰਿਤਸਰ ਬਾਬਾ ਬੁੱਢਾ ਜੀ ਦੇ ਅਸਥਾਨ ਤੇ ਜੋ ਵੀ ਸੰਗਤ ਪੁੱਤਰ ਦੀ ਮੁਰਾਦ ਨਾਲ ਜਾਂਦੀ ਹੈ, ਮਿੱਠੇ ਪ੍ਰਸਾਦੇ ਤੇ ਗੰਢੇ ਲੈ ਕੇ ਜਾਂਦੀ ਹਨ, ਬਾਬਾ ਬੁੱਢਾ ਜੀ ਉਹਨਾਂ ਦੀਆਂ ਝੋਲੀਆਂ ਪੁੱਤਰਾਂ ਦੇ ਨਾਲ ਭਰਦੇ ਹਨ। ਇੱਕ ਗੁਰਸਿੱਖ ਪੁੱਤਰ ਦਿੰਦੇ ਹਨ। ਅੱਜ ਵੀ ਇਹ ਕਲਾ ਵਰਤ ਰਹੀ ਹੈ ਜੁਗਾਂ ਤੋਂ। ਜਿਨ੍ਹਾਂ ਦੇ ਘਰ ਪੁੱਤਰ ਨਹੀਂ ਹੁੰਦੇ, ਵਿਸ਼ਵਾਸ ਨਾਲ ਜਾਓ, ਮਹਾਰਾਜ ਜ਼ਰੂਰ ਪੁੱਤਰ ਦਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।